ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ। ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ। ਲੱਗੀ ਬਰਸਣ ਲੱਛਮੀ ਰਿੱਧ ਸਿੱਧ ਨੌ ਨਿੱਧ ਸਵਾਈ। ਜੋਗੀ ਦੇਖ ਚਲਿੱਤਰ ਨੂੰ ਮਨ ਵਿੱਚ ਰਿਸਕ ਕਨੇਰੀ ਖਾਈ। ਭਗਤੀਆਂ ਪਾਈ ਭਗਤ ਆਣ ਲੋਟਾ ਜੋਗੀ ਲਿਆ ਛਪਾਈ। ਭਗਤੀਆਂ ਗਈ ਭਗਤ ਭੁੱਲ ਲੋਟੇ ਅੰਦਰ ਸੁਰਤ ਭੁਲਾਈ। ਬਾਬਾ ਜਾਣੀ ਜਾਣ ਪੁਰਖ ਕੱਢਿਆ ਲੋਟਾ ਜਹਾਂ ਲੁਕਾਈ। ਵੇਖ ਚਲਿੱਤਰ ਜੋਗੀ ਖੁਣਸਾਈ। ਵੇਖ ਚਲਿੱਤਰ ਜੋਗੀ ਖੁਣਸਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜ਼ਬਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਤ ਸੰਗਤ ਜੀਓ। ਆਪ ਜੀ ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਸਰਵਣ ਕਰ ਰਹੇ ਸੀ। ਸੋ ਆਓ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ। ਕੱਲ੍ਹ ਆਪ ਜੀ ਨੇ ਪਹਿਲੀ ਵਾਰ ਦੀ 38ਵੀਂ ਪੌੜੀ ਸਰਵਣ ਕੀਤੀ ਸੀ। ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਰਤਾਰਪੁਰ ਸਾਹਿਬ ਦੇ ਵਿਖੇ ਧਰਮਸ਼ਾਲਾ ਕਾਇਮ ਕੀਤੀ, ਮਰਿਆਦਾ ਬੰਨੀ, ਗੁਰੂ ਕੇ ਸਿੱਖਾਂ ਨੂੰ ਸ਼ਬਦ ਦੇ ਨਾਲ ਜੋੜਿਆ। ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਸਿਧਾਂਤ ਸਤਿਗੁਰੂ ਨੇ ਬਖਸ਼ਿਆ। ਆਓ ਹੁਣ ਇਸ ਤੋਂ ਅੱਗੇ ਭਾਈ ਗੁਰਦਾਸ ਸਾਹਿਬ ਜੀ ਅਗਲੀਆਂ ਪੌੜੀਆਂ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋ ਅਚਲ ਵਟਾਲੇ ਸਿੱਧਾਂ ਦੇ ਨਾਲ ਗੋਸ਼ਟੀ ਹੋਈ ਹੈ ਉਹਦਾ ਜ਼ਿਕਰ ਕਰਦੇ ਹੈ। ਗੋਸ਼ਟੀ ਤਾਂ ਕਈ ਥਾਵਾਂ 'ਤੇ ਹੋਈ ਹੈ, ਸੁਮੇਰ ਪਰਬਤ 'ਤੇ, ਨਾਨਕ ਮਤੇ, ਹੋਰ ਵੀ ਥਾਵਾਂ 'ਤੇ। ਇਹ ਅਚਲ ਵਟਾਲੇ ਵਾਲੀ ਜਿਹੜੀ ਗੋਸ਼ਟੀ ਹੈ ਇਹ ਅਖੀਰਲੀ ਗੋਸ਼ਟੀ ਹੈ ਸਿੱਧਾਂ ਦੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੋਈ। ਵਟਾਲਾ ਜਿੱਥੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਵਿਆਹ ਹੋਇਆ। ਅੱਜ ਕੱਲ੍ਹ ਬਿਲਕੁਲ ਸ਼ਹਿਰ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਸ਼੍ਰੀ ਕੰਧ ਸਾਹਿਬ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਵਿਆਹ ਦੀ ਉਹ ਨਿਸ਼ਾਨੀ ਹੈ।
ਜਦੋਂ ਸਤਿਗੁਰੂ ਇੱਥੇ ਕੰਧ ਕੋਲ ਆਣ ਬੈਠੇ ਸੀ, ਕੁਝ ਈਰਖਾਲੂ ਬ੍ਰਾਹਮਣਾਂ ਨੇ ਚਾਹਿਆ ਕੰਧ ਡੇਗ ਕੇ ਇਹਨਾਂ ਨੂੰ ਮਾਰ ਦਿਆਂਗੇ। ਇੱਕ ਮਾਈ ਆਈ ਸੀ, ਮਹਾਰਾਜ ਨੂੰ ਕਿਹਾ, ਸਤਿਗੁਰੂ ਤੁਸੀਂ ਪਰੇ ਹੋ ਜਾਓ, ਇਹ ਕੰਧ ਡਿੱਗਣ ਵਾਲੀ ਹੈ। ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਮਾਈ ਇਹ ਸਾਡੇ ਵਿਆਹ ਦੀ ਨਿਸ਼ਾਨੀ ਸਦਾ ਰਹੇਗੀ। ਸੋ ਮਹਾਰਾਜ ਦਾ ਵਿਆਹ ਹੋਇਆ ਸੀ ਬਟਾਲੇ। ਬਟਾਲੇ ਤੋਂ ਨੇੜੇ ਹੀ ਅਸਥਾਨ ਹੈ ਅਚਲ, ਇਸ ਲਈ ਇਕੱਠਾ ਨਾਮ ਬੋਲ ਦਿੱਤਾ ਜਾਂਦਾ ਅਚਲ ਬਟਾਲਾ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਅਚਲ ਬਟਾਲੇ ਦੀ ਗੋਸ਼ਟੀ ਸਿੱਧਾਂ ਦੇ ਨਾਲ ਹੋਈ ਹੈ। ਉਹਦਾ ਜ਼ਿਕਰ ਭਾਈ ਸਾਹਿਬ ਜੀ ਕਰ ਰਹੇ ਨੇ, ਭਾਈ ਗੁਰਦਾਸ ਸਾਹਿਬ ਜੀ। ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ। ਮੇਲਾ ਸੁਣ ਸ਼ਿਵਰਾਤ ਦਾ, ਬਾਬਾ ਅਚਲ ਬਟਾਲੇ ਆਈ। ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕਰਤਾਰਪੁਰ ਦੀ ਧਰਤੀ 'ਤੇ ਟਿਕ ਕੇ ਜਦੋਂ ਮਹਾਰਾਜ ਸਤ ਸੰਗਤ ਕਰਦੇ ਹੈ, ਉਪਦੇਸ਼ ਦਿੰਦੇ ਹੈ, ਮਰਿਆਦਾ ਕਾਇਮ ਕਰਦੇ ਹੈ, ਉੱਥੋਂ ਫਿਰ ਸਤਿਗੁਰੂ ਕਿੱਥੇ ਜਾਂਦੇ ਹੈ ਉਹ ਜ਼ਿਕਰ ਕਰ ਰਹੇ ਨੇ। ਮੇਲਾ ਸੁਣ ਸ਼ਿਵਰਾਤ ਦਾ, ਬਾਬਾ ਅਚਲ ਬਟਾਲੇ ਆਈ। ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਬੈਠੇ ਹੋਏ ਨੇ। ਮਹਾਰਾਜ ਨੇ ਸੁਣਿਆ ਵੀ ਸ਼ਿਵਰਾਤਰੀ ਦਾ ਮੇਲਾ ਆ ਗਿਆ ਹੈ। ਸ਼ਿਵ ਜੀ ਦੇ ਜਿਹੜੇ ਮੰਦਰ ਨੇ, ਸ਼ਿਵ ਜੀ ਦੀ ਪੂਜਾ ਹੁੰਦੀ ਹੈ, ਲੋਕ ਬਹੁਤ ਇਕੱਠੇ ਹੁੰਦੇ ਨੇ, ਜੋਗੀ ਸਿੱਧ ਲੋਕ ਵੀ ਇਕੱਤਰ ਹੁੰਦੇ ਹੈ। ਜਿਹੜਾ ਇਹ ਅਚਲ ਹੈ, ਇੱਥੇ ਸ਼ਿਵ ਜੀ ਦਾ ਮੰਦਰ ਸੀ। ਅੱਜ ਵੀ ਤੁਸੀਂ ਜਾਓਗੇ ਨਾ, ਇੱਕ ਪਾਸੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ। ਸਤਿਗੁਰੂ ਨੇ ਮੁਬਾਰਕ ਚਰਨ ਪਾਏ, ਸਿੱਧਾਂ ਦੇ ਨਾਲ ਗੋਸ਼ਟੀ ਕੀਤੀ, ਸਿੱਧ ਹਾਰੇ, ਬਹੁਤ ਸੋਹਣਾ ਦਰਬਾਰ ਬਣਿਆ ਹੈ। ਦੂਜੇ ਪਾਸੇ ਨਾਲ ਹੀ ਸਰੋਵਰ ਦੇ ਵਿੱਚ ਮੰਦਰ ਬਣਿਆ ਹੋਇਆ ਹੈ। ਸੋ ਦਾਸ ਨੇ ਦਰਸ਼ਨ ਕੀਤੇ ਨੇ ਅਸਥਾਨ ਦੇ। ਉਸ ਗੋਸ਼ਟੀ ਦਾ ਜ਼ਿਕਰ ਭਾਈ ਸਾਹਿਬ ਜੀ ਕਰ ਰਹੇ ਨੇ। ਜਦੋਂ ਗੁਰੂ ਨਾਨਕ ਸਾਹਿਬ ਨੇ ਸੁਣਿਆ ਨਾ ਸ਼ਿਵਰਾਤਰੀ ਦਾ ਮੇਲਾ ਆ ਗਿਆ ਹੈ, ਲੋਕ ਇਕੱਠੇ ਹੋਣੇ ਨੇ, ਇੱਥੇ ਸਿੱਧ ਲੋਕ, ਜੋਗੀ ਲੋਕ ਆਉਣਗੇ, ਬਾਬਾ ਅਚਲ ਬਟਾਲੇ ਆਈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਰਤਾਰਪੁਰ ਸਾਹਿਬ ਤੋਂ ਚੱਲ ਕੇ ਅਚਲ ਬਟਾਲੇ ਆ ਗਏ, ਅਚਲ ਦੀ ਧਰਤੀ 'ਤੇ ਆ ਗਏ ਸਤਿਗੁਰੂ ਜੀ। ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਦੇ ਵਾਸਤੇ, ਦਰਸ਼ਨ ਵੇਖਣ ਦੇ ਵਾਸਤੇ ਸਾਰੀ ਲੁਕਾਈ ਹੀ ਉਲਟ ਪਈ। ਭੀੜ ਤਾਂ ਪਹਿਲਾਂ ਵੀ ਬਹੁਤ ਸੀ, ਕਿਉਂਕਿ ਮੇਲੇ 'ਤੇ ਲੋਕ ਆਉਂਦੇ ਸੀ। ਇੱਥੇ ਸ਼ਿਵਰਾਤਰੀ 'ਤੇ ਕਈ ਦਿਨ ਮੇਲਾ ਲੱਗਦਾ ਸੀ। ਜਦੋਂ ਮੇਲੇ ਵਿੱਚ ਆਏ ਯਾਤਰੀਆਂ ਨੂੰ ਪਤਾ ਲੱਗਾ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਹਨ, ਤਾਂ ਜਿੰਨੀ ਭੀੜ ਸੀ ਨਾ ਲੋਕਾਂ ਦੀ, ਸਾਰੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਉਲਟ ਪਈ। ਭਾਵ ਸਤਿਗੁਰੂ ਪਾਤਸ਼ਾਹ ਜੀ ਦੇ ਵੱਲ ਸਾਰੀ ਭੀੜ ਆ ਗਈ, ਇੱਕ ਦੂਜੇ ਨੂੰ ਦੱਸਣ, ਚਲੋ ਗੁਰੂ ਨਾਨਕ ਸਾਹਿਬ ਆਏ ਆ, ਪਹਿਲਾਂ ਆਪਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰੀਏ। ਬਹੁਤ ਜ਼ਿਆਦਾ ਭੀੜ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਹੋ ਗਈ। ਸੱਚੇ ਪਾਤਸ਼ਾਹ ਅਡੋਲ ਬੈਠੇ ਨੇ, ਲੋਕੀ ਦਰਸ਼ਨ ਕਰਦੇ ਨੇ, ਨਮਸਕਾਰਾਂ ਕਰਦੇ ਨੇ। ਲੱਗੀ ਬਰਸਣ ਲਛਮੀ, ਰਿੱਧ ਸਿੱਧ ਨੌ ਨਿੱਧ ਸਵਾਈ। ਸੱਚੇ ਪਾਤਸ਼ਾਹ ਜੀ ਦੇ ਅੱਗੇ ਬਹੁਤ ਜ਼ਿਆਦਾ ਲక్ష్ਮੀ ਵਰਨ ਲੱਗ ਪਈ। ਬਰਸਣ ਤੋਂ ਭਾਵ ਵਰਖਾ ਹੋਣ ਲੱਗ ਪਈ। ਲੋਕ ਮਾਇਆ ਦਿੰਦੇ ਸਨ। ਮਹਾਰਾਜ ਬੈਠੇ ਨੇ, ਨਮਸਕਾਰਾਂ ਕਰਦੇ ਨੇ, ਭੇਟਾਵਾਂ ਰੱਖਦੇ ਨੇ। ਜੋ ਮਾਇਆ ਲੈ ਕੇ ਆਏ ਨਾ ਲੋਕੀ, ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਲక్ష్ਮੀ ਬਰਸਣ ਲੱਗ ਪਈ, ਲక్ష్ਮੀ ਦੀ ਵਰਖਾ ਹੋਣ ਲੱਗ ਪਈ। ਇੰਨੀ ਮਾਇਆ ਇਕੱਠੀ ਹੋ ਗਈ, ਰਿੱਧੀਆਂ ਸਿੱਧੀਆਂ ਨੌ ਨਿੱਧੀਆਂ ਸਾਰੀਆਂ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਹਜ਼ੂਰ ਆ ਗਈਆਂ। ਰਿੱਧੀਆਂ ਸਿੱਧੀਆਂ ਨੌ ਨਿੱਧੀਆਂ ਸਵਾਈਆਂ ਹੋ ਗਈਆਂ, ਵੱਧ ਤੋਂ ਵੱਧ ਹੋ ਗਈਆਂ। ਜੋਗੀ ਦੇਖ ਚਲਿੱਤਰ ਨੂੰ,
ਮਨ ਵਿੱਚ ਰਿਸਕ ਕਨੇਰੀ ਖਾਈ। ਜਦ ਜੋਗੀਆਂ ਨੇ ਇਹ ਕੌਤਕ ਵੇਖਿਆ ਕਿ ਸਾਡੇ ਵੱਲ ਤਾਂ ਹੁਣ ਕੋਈ ਆਉਂਦਾ ਹੀ ਨਹੀਂ ਹੈ, ਜਿੰਨੇ ਲੋਕ ਇੱਥੇ ਸ਼ਿਵਰਾਤਰੀ ਦੇ ਮੇਲੇ ਵਿੱਚ ਆਏ ਨੇ ਸਾਰੇ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਚਲੇ ਗਏ। ਮਾਇਆ ਦੇ ਢੇਰ ਲੱਗ ਗਏ ਸਤਿਗੁਰੂ ਪਾਤਸ਼ਾਹ ਜੀ ਦੇ ਅੱਗੇ। ਜੋਗੀਆਂ ਨੂੰ ਕੋਈ ਪੁੱਛਦਾ ਨਹੀਂ। ਜਦ ਜੋਗੀਆਂ ਨੇ ਇਹ ਚਰਿੱਤਰ ਵੇਖਿਆ, ਉਹਨਾਂ ਦੇ ਮਨ ਵਿੱਚ ਬਹੁਤ ਜ਼ਿਆਦਾ ਗੁੱਸਾ ਆਇਆ। ਮਨ ਵਿੱਚ ਰਿਸਕ ਕਨੇਰੀ ਖਾਈ, ਮਨ ਵਿੱਚ ਈਰਖਾ ਕਰਕੇ ਬਹੁਤ ਗੁੱਸਾ ਖਾਧਾ। ਮਨ ਵਿੱਚ ਖਿਝਣ ਲੱਗ ਪਏ ਕਿ ਸਾਰੀ ਜਿੰਨੀ ਭੀੜ ਸੀ ਉਹ ਸਤਿਗੁਰੂ ਦੇ ਵੱਲ ਚਲੇ ਗਈ ਹੈ, ਸਾਡੇ ਵੱਲ ਤਾਂ ਕੋਈ ਆਉਂਦਾ ਨਹੀਂ। ਭਗਤੀਆਂ ਪਾਈ ਭਗਤ ਆਣ, ਲੋਟਾ ਜੋਗੀ ਲਿਆ ਛਪਾਈ। ਇੱਥੇ ਮੇਲੇ ਦੇ ਵਿੱਚ ਜਿਹੜੇ ਭਗਤੀਏ ਸਨ, ਭਗਤੀਏ ਉਹਨਾਂ ਨੂੰ ਕਿਹਾ ਜਾਂਦਾ ਸੀ ਜਿਹੜੇ ਰਾਸ ਧਾਰੀਏ ਹੁੰਦੇ ਸਨ, ਰਾਸ ਪਾਉਂਦੇ ਸੀ, ਉਹਨੂੰ ਕੀਰਤਨ ਭਜਨ ਕਹਿੰਦੇ। ਨੱਚ ਕੇ ਗਾ ਕੇ ਉਹ ਕੀਰਤਨ ਭਜਨ ਕਰਦੇ ਸੀ। ਉਹ ਜਿਹੜੇ ਰਾਸ ਧਾਰੀਏ ਸੀ ਨਾ, ਰਾਸ ਪਾਉਣ ਵਾਲੇ, ਉਹ ਆਏ। ਭਗਤੀਆਂ ਪਾਈ ਭਗਤ ਆਣ, ਕਿਸੇ ਨੇ ਸ਼ਿਵ ਜੀ ਦਾ ਲਿਬਾਸ ਧਾਰਿਆ, ਕਿਸੇ ਨੇ ਪਾਰਵਤੀ ਦਾ, ਇਸ ਤਰ੍ਹਾਂ ਰਾਸ ਪਾਈ। ਜਦੋਂ ਕਦੇ ਕ੍ਰਿਸ਼ਨ ਦੀ ਯਾਦ ਮਨਾਉਂਦੇ ਤੇ ਉਦੋਂ ਕ੍ਰਿਸ਼ਨ ਦਾ, ਰਾਧਿਕਾ ਦਾ ਉਹੋ ਜਿਹਾ ਲਿਬਾਸ ਧਾਰ ਕੇ ਉਹ ਨੱਚਦੇ ਟੱਪਦੇ ਸੀ। ਉਹਨਾਂ ਨੂੰ ਰਾਸ ਧਾਰੀਏ ਕਹਿੰਦੇ ਸਨ, ਰਾਸ ਪਾਉਂਦੇ ਸਨ। ਜਿਹੜੇ ਰਾਸ ਧਾਰੀਏ ਸੀ ਉਹਨਾਂ ਨੇ ਰਾਸ ਪਾਈ ਆ ਕੇ। ਜਿੱਥੇ ਉਹ ਰਾਸ ਪਾਉਂਦੇ ਸੀ ਨਾ, ਉਹਨਾਂ ਨੇ ਅੱਗੇ ਆਪਣੇ ਇੱਕ ਲੋਟਾ ਰੱਖਿਆ ਸੀ, ਵੱਡਾ ਲੋਟਾ। ਜਿਹੜੇ ਲੋਕ ਸੀ ਮੇਲੇ ਵਿੱਚ ਆਏ ਹੋਏ, ਉਹ ਰਾਸ ਧਾਰੀਆਂ ਦੇ ਵਾਸਤੇ ਲੋਟੇ ਦੇ ਵਿੱਚ ਮਾਇਆ ਪਾਉਂਦੇ ਸੀ। ਜਿੰਨੀ ਉਗਰਾਹੀ ਸੀ ਸਾਰੀ ਉਸ ਲੋਟੇ ਵਿੱਚ ਇਕੱਠੀ ਹੁੰਦੀ ਸੀ, ਮਾਇਆ ਪੈਂਦੀ ਸੀ ਲੋਟੇ ਵਿੱਚ। ਰਾਸ ਧਾਰੀਏ ਨੱਚਦੇ ਸੀ ਤੇ ਬਾਅਦ ਵਿੱਚ ਫਿਰ ਉਹ ਮਾਇਆ ਸਾਰੀ ਲੈ ਕੇ ਚਲੇ ਜਾਂਦੇ ਸੀ। ਭਗਤੀਆਂ ਪਾਈ ਭਗਤ ਆਣ, ਲੋਟਾ ਜੋਗੀ ਲਿਆ ਛਪਾਈ। ਜਿਹੜੇ ਜੋਗੀ ਸੀ ਉਹ ਇਸ ਗੱਲ ਤੋਂ ਗੁੱਸੇ ਹੋਏ ਵੀ ਇਹ ਜਿਹੜੇ ਰਾਸ ਧਾਰੀਏ ਰਾਸ ਪਾਉਂਦੇ ਨੇ, ਇਹਨਾਂ ਨੇ ਸਾਡੇ ਅੱਗੇ ਆ ਕੇ ਕਿਉਂ ਨਹੀਂ ਰਾਸ ਪਾਈ, ਸਾਡੇ ਅੱਗੇ ਆ ਕੇ ਕਿਉਂ ਨਹੀਂ ਨੱਚੇ, ਸਾਡੇ ਅੱਗੇ ਭਜਨ ਕੀਰਤਨ ਕਰਦੇ। ਉਹਨਾਂ ਨੂੰ ਇੱਕ ਤਾਂ ਗੁੱਸਾ ਸੀ ਗੁਰੂ ਨਾਨਕ ਸਾਹਿਬ ਜੀ ਦਾ ਕਿ ਲੋਕ ਸਾਰੇ ਉੱਧਰ ਚਲੇ ਗਏ। ਦੂਜਾ ਉਹ ਰਾਸ ਧਾਰੀਆਂ ਦੇ ਉੱਤੇ ਗੁੱਸਾ ਕਿ ਇਹਨਾਂ ਨੇ ਸਾਡੇ ਅੱਗੇ ਰਾਸ ਨਹੀਂ ਪਾਈ। ਫਿਰ ਉਹਨਾਂ ਜੋਗੀਆਂ ਕੀ ਕੀਤਾ, ਸ਼ਕਤੀ ਸੀ, ਲੋਟਾ ਜੋਗੀ ਲਿਆ ਛਪਾਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੋਗੀਆਂ ਨੇ ਰਾਸ ਧਾਰੀਆਂ ਦਾ ਲੋਟਾ ਜਿਹਦੇ ਵਿੱਚ ਮਾਇਆ ਪਾਈ ਜਾਂਦੀ ਸੀ ਉਹ ਛੁਪਾ ਲਿਆ, ਸ਼ਕਤੀ ਦੇ ਨਾਲ ਨਾ ਉਹ ਚੁੱਕ ਕੇ ਲੁਕਾ ਲਿਆ। ਭੰਗਰਨਾਥ ਨੇ ਆਕਾਸ਼ ਦੇ ਵਿੱਚ ਬਹੁਤ ਉੱਚਾ ਟਿਕਾ ਦਿੱਤਾ। ਭਗਤੀਆਂ ਗਈ ਭਗਤ ਭੁੱਲ, ਲੋਟੇ ਅੰਦਰ ਸੁਰਤ ਭੁਲਾਈ। ਰਾਸ ਧਾਰੀਆਂ ਨੂੰ ਰਾਸ ਹੀ ਭੁੱਲ ਗਈ। ਉਹਨਾਂ ਵੇਖਿਆ ਵੀ ਸਾਡਾ ਲੋਟਾ ਹੀ ਜੋਗੀਆਂ ਨੇ ਗਾਇਬ ਕਰ ਦਿੱਤਾ ਹੈ, ਅਲੋਪ ਕਰ ਦਿੱਤਾ ਹੈ। ਮਾਇਆ ਲੋਟੇ ਵਿੱਚ ਸੀ ਸਾਰੀ। ਇਸ ਲਈ ਭਗਤੀਆਂ ਨੂੰ, ਰਾਸ ਧਾਰੀਆਂ ਨੂੰ ਰਾਸ ਪਾਉਣੀ ਭੁੱਲ ਗਈ, ਭਜਨ ਕੀਰਤਨ ਹੀ ਉਹ ਭੁੱਲ ਗਏ। ਲੋਟੇ ਅੰਦਰ ਸੁਰਤ ਭੁਲਾਈ, ਸਾਰੀ ਸੁਰਤ ਉਹਨਾਂ ਦੀ ਲੋਟੇ ਦੇ ਵਿੱਚ ਹੀ ਭੁੱਲ ਗਈ ਕਿ ਹੁਣ ਤਾਂ ਸਾਨੂੰ ਮਾਇਆ ਨਹੀਂ ਮਿਲਣੀ, ਸਾਡਾ ਇਹ ਨੱਚਣਾ ਟੱਪਣਾ ਵਿਅਰਥ ਜਾਵੇਗਾ। ਲੋਕਾਂ ਨੇ ਇੰਨੀ ਮਾਇਆ ਲੋਟੇ ਵਿੱਚ ਪਾਈ ਸੀ, ਉਹ ਜੋਗੀਆਂ ਨੇ ਪਤਾ ਨਹੀਂ ਕਿੱਥੇ ਛਿਪਾ ਦਿੱਤਾ ਹੈ। ਉਹਨਾਂ ਨੂੰ ਰਾਸ ਪਾਉਣੀ ਭੁੱਲ ਗਈ। ਬਾਬਾ ਜਾਣੀ ਜਾਣ ਪੁਰਖ, ਕੱਢਿਆ ਲੋਟਾ ਜਹਾਂ ਲੁਕਾਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ, ਗੁਰੂ ਬਾਬਾ ਜੀ ਜਾਣੀ ਜਾਣ ਪੁਰਖ ਹਨ। ਜਾਣੀ ਜਾਣ ਦਾ ਮਤਲਬ ਅੰਤਰਜਾਮੀ। ਕਿੱਥੇ ਕੀ ਵਰਤਾਰਾ ਹੋ ਰਿਹਾ ਹੈ, ਕਿਸੇ ਦੇ ਮਨ ਵਿੱਚ ਕੀ ਫੁਰਨੇ ਚੱਲਦੇ ਨੇ, ਸਤਿਗੁਰੂ ਸਾਰਾ ਜਾਣਦੇ ਨੇ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ ਵੀ ਜੋਗੀਆਂ ਨੇ ਭਗਤੀਆਂ ਦਾ, ਰਾਸ ਧਾਰੀਆਂ ਦਾ ਲੋਟਾ ਲੁਕਾ ਦਿੱਤਾ ਹੈ, ਤੇ ਸੱਚੇ ਪਾਤਸ਼ਾਹ ਨੇ ਫਿਰ ਆਪਣੀ ਤਾਕਤ ਦੇ ਨਾਲ ਜੋਗੀਆਂ ਦਾ ਲੁਕਾਇਆ ਹੋਇਆ ਜਿਹੜਾ ਲੋਟਾ ਸੀ, ਜਿਹੜਾ ਉਹਨਾਂ ਨੇ ਲੁਕਾਇਆ ਸੀ, ਮਹਾਰਾਜ ਨੇ ਉਹ ਲੋਟਾ ਕੱਢ ਕੇ ਲੈ ਆਂਦਾ।
ਰਾਸ ਧਾਰੀਆਂ ਦੇ ਅੱਗੇ ਰੱਖ ਦਿੱਤਾ। ਬਾਬਾ ਜਾਣੀ ਜਾਣ ਪੁਰਖ, ਅੰਤਰਜਾਮੀ ਪੁਰਖ ਨੇ ਜੋਗੀਆਂ ਦੀ ਇਹ ਕਰਤੂਤ ਜਾਣੀ। ਇਹ ਤੰਗ ਪਰੇਸ਼ਾਨ ਕਰਦੇ ਹੈ ਰਾਸ ਧਾਰੀਆਂ ਨੂੰ। ਥੋੜ੍ਹੀਆਂ ਥੋੜ੍ਹੀਆਂ ਸ਼ਕਤੀਆਂ ਨੇ ਜੋਗੀਆਂ ਦੇ ਕੋਲ, ਉਹ ਸ਼ਕਤੀਆਂ ਵਿਖਾ ਕੇ ਲੋਕਾਂ ਨੂੰ ਭਰਮਾਉਂਦੇ ਹੈ। ਭੰਗਰਨਾਥ ਦਾ ਲੁਕਾਇਆ ਹੋਇਆ ਉਹ ਮਾਇਆ ਵਾਲਾ ਲੋਟਾ, ਲక్ష్ਮੀ ਵਾਲਾ, ਸੱਚੇ ਪਾਤਸ਼ਾਹ ਨੇ ਆਕਾਸ਼ ਦੇ ਵਿੱਚੋਂ ਆਪਣੀ ਤਾਕਤ ਦੇ ਨਾਲ ਲੈ ਆਂਦਾ, ਰਾਸ ਧਾਰੀਆਂ ਦੇ ਅੱਗੇ ਰੱਖ ਦਿੱਤਾ। ਵੇਖ ਚਲਿੱਤਰ ਜੋਗੀ ਖੁਣ ਸਾਈ। ਜੋਗੀ ਇਹ ਚਲਿੱਤਰ, ਇਹ ਕੌਤਕ ਵੇਖ ਕੇ ਬਹੁਤ ਜ਼ਿਆਦਾ ਗੁੱਸੇ ਵਿੱਚ ਆਏ, ਈਰਖਾ ਕਰਨ ਲੱਗ ਪਏ ਸੱਚੇ ਪਾਤਸ਼ਾਹ ਦੇ ਨਾਲ। ਬਹੁਤ ਉਹਨਾਂ ਨੂੰ ਨਾ ਮਨ ਵਿੱਚ ਗੁੱਸਾ ਆਇਆ ਕਿ ਇਹਨਾਂ ਨੇ ਲੋਟਾ ਅਸੀਂ ਲੁਕਾਇਆ ਰਾਸ ਧਾਰੀਆਂ ਦਾ, ਅਤੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਦਾ ਲੋਟਾ ਲੈ ਕੇ ਉਹਨਾਂ ਨੂੰ ਦੇ ਦਿੱਤਾ ਹੈ। ਇਸ ਗੱਲ ਦਾ ਜੋਗੀਆਂ ਦੇ ਮਨ ਵਿੱਚ ਬਹੁਤ ਹੀ ਜ਼ਿਆਦਾ ਗੁੱਸਾ ਆਇਆ, ਬਹੁਤ ਜ਼ਿਆਦਾ ਉਹਨਾਂ ਨੂੰ ਤਮਕ ਲੱਗੀ। ਹੁਣ ਅੱਗੇ ਭਾਈ ਗੁਰਦਾਸ ਜੀ 40ਵੀਂ ਪੌੜੀ ਵਿੱਚ ਜ਼ਿਕਰ ਕਰਦੇ ਹੈ, ਖਾਦੀ ਖੁਣਸ ਜੋਗੀਸਰਾਂ ਗੋਸ਼ਟ ਕਰਨ ਸਭੇ ਉਠ ਆਈ। ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਇਹਨਾਂ ਜੋਗੀਆਂ ਨੂੰ ਸਿੱਖਿਆ ਦੇਣੀ ਸੀ ਵੀ ਤੁਸੀਂ ਇਹਨਾਂ ਰਿੱਧੀਆਂ ਸਿੱਧੀਆਂ ਨੌ ਨਿਧੀਆਂ ਵਿੱਚ, ਇਹਨਾਂ ਵਿੱਚ ਹੀ ਲੱਗੇ ਹੋਏ ਹੋ, ਲੋਕਾਂ ਨੂੰ ਭਰਮਾਉਂਦੇ ਹੋ, ਡਰਾਉਂਦੇ ਹੋ, ਪਰਮਾਤਮਾ ਦਾ ਤੁਸੀਂ ਨਾਮ ਨਹੀਂ ਜਪਦੇ। ਸਤਿਗੁਰੂ ਨੇ ਦੱਸਣਾ ਸੀ ਵੀ ਇਹ ਰਿੱਧੀਆਂ ਸਿੱਧੀਆਂ ਤਾਂ ਪਰਮਾਤਮਾ ਦੇ ਮਿਲਣ ਦੇ ਮਾਰਗ ਦੇ ਵਿੱਚ ਰੁਕਾਵਟਾਂ ਹਨ। ਬਾਬਾ ਕਬੀਰ ਜੀ ਨੇ ਵੀ ਕਿਹਾ, ਕਬੀਰ ਚਾਲੇ ਥੇ ਹਰ ਮਿਲਨ ਕੋ ਬੀਚੈ ਅਟਕਿਓ ਚੀਤ। ਕਹਿੰਦੇ ਰੱਬ ਨੂੰ ਮਿਲਣ ਚੱਲਿਆ ਸੀ ਬੰਦਾ, ਜਦ ਥੋੜ੍ਹੀਆਂ ਰਿੱਧੀਆਂ ਸਿੱਧੀਆਂ ਆਈਆਂ ਫਿਰ ਚਿੱਤ ਉਹਨਾਂ ਵਿੱਚ ਹੀ ਲਾ ਬੈਠਾ, ਤੋ ਜਿਹੜਾ ਰਸਤਾ ਸੀ ਮਾਰਗ ਉਹ ਭੁੱਲ ਹੀ ਗਿਆ। ਤੋ ਇਹ ਜੋਗੀ ਕਰਾਮਾਤਾਂ ਸਿੱਧੀਆਂ ਵਿਖਾ ਕੇ ਲੋਕਾਂ ਨੂੰ ਡਰਾਉਂਦੇ ਸੀ। ਜਦ ਮਹਾਰਾਜ ਨੇ ਲੋਟਾ ਕੱਢ ਲਿਆਂਦਾ ਅਤੇ ਫਿਰ ਸਾਰੇ ਹੀ ਜੋਗੀ ਜਿੰਨੇ ਸੀ ਨਾ, ਖਾਧੀ ਖੁਣਸ ਜੋਗੀਸਰਾਂ, ਮਨ ਵਿੱਚ ਬਹੁਤ ਹੀ ਖੁਣਸ ਈਰਖਾ ਖਾਧੀ, ਭਾਵ ਈਰਖਾ ਕਰਕੇ ਗੁੱਸਾ ਧਾਰ ਕੇ ਗੋਸ਼ਟ ਕਰਨ ਸਭੇ ਉਠ ਆਈ। ਸਾਰੇ ਜੋਗੀ ਸਤਿਗੁਰੂ ਦੇ ਨਾਲ ਗੋਸ਼ਟੀ ਕਰਨ ਵਾਸਤੇ ਦੌੜ ਕੇ ਮਹਾਰਾਜ ਦੇ ਕੋਲ ਆ ਗਏ। ਪੁੱਛੇ ਜੋਗੀ ਭੰਗਰਨਾਥ ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ। ਇਹਨਾਂ ਜੋਗੀਆਂ ਦੇ ਵਿੱਚੋਂ ਸਭ ਤੋਂ ਅੱਗੇ ਭੰਗਰਨਾਥ ਹੋਇਆ, ਅਤੇ ਭੰਗਰਨਾਥ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦਾ ਹੈ, ਕਹਿੰਦਾ ਤੁਸੀਂ ਦੁੱਧ ਦੇ ਵਿੱਚ ਕਾਂਜੀ ਕਿਉਂ ਪਾ ਦਿੱਤੀ। ਜੋਗੀ ਜਿਹੜੇ ਸੀ ਨਾ, ਸਵਾਲ ਬਹੁਤ ਵਲ ਕੇ ਕਰਦੇ ਹੁੰਦੇ ਸੀ, ਸਿੱਧੀ ਗੱਲ ਨਹੀਂ ਸੀ ਕਰਦੇ। ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ, ਤੁਸੀਂ ਦੁੱਧ ਵਿੱਚ ਕਾਂਜੀ ਕਿਉਂ ਪਾ ਦਿੱਤੀ, ਦੁੱਧ ਵਿੱਚ ਖਟਾਸ ਕਿਉਂ ਪਾ ਦਿੱਤੀ। ਸਵਾਲ ਇਸ ਤਰੀਕੇ ਦੇ ਨਾਲ ਕੀਤਾ ਕਿ ਪਹਿਲੀ ਗੱਲ ਸਾਡੇ ਸਵਾਲ ਨੂੰ ਸਮਝ ਨਾ ਪਾਉਣ, ਜੇ ਸਮਝਣ ਵੀ ਤੇ ਫਿਰ ਜਵਾਬ ਉਸ ਤਰ੍ਹਾਂ ਦੇਣ ਜਿਸ ਤਰ੍ਹਾਂ ਦਾ ਅਸੀਂ ਸਵਾਲ ਪਾਇਆ ਹੈ, ਜਿਸ ਤਰ੍ਹਾਂ ਦੇ ਦ੍ਰਿਸ਼ਟਾਂਤ ਅਸੀਂ ਦੇ ਕੇ ਸਵਾਲ ਕੀਤਾ ਹੈ ਨਾ, ਉਸੇ ਤਰ੍ਹਾਂ ਦੇ ਦ੍ਰਿਸ਼ਟਾਂਤ ਦੇ ਕੇ ਇਹਦਾ ਜਵਾਬ ਦੇਣ। ਕਹਿੰਦੇ ਦੁੱਧ ਵਿੱਚ ਤੁਸੀਂ ਕਾਂਜੀ ਕਿਉਂ ਪਾਈ ਹੈ। ਫਿੱਟਿਆ ਚਾਟਾ ਦੁੱਧ ਦਾ ਰਿੜਕਿਆਂ ਮੱਖਣ ਹੱਥ ਨਾ ਆਈ। ਕਹਿੰਦੇ ਹੁਣ ਤਾਂ ਜਿਹੜਾ ਦੁੱਧ ਦਾ ਚਾਟਾ ਨਾ, ਮਟਕਾ, ਇਹ ਫਿੱਟ ਗਿਆ ਹੈ, ਖਰਾਬ ਹੋ ਗਿਆ ਸਾਰਾ ਦੁੱਧ। ਰਿੜਕਿਆਂ ਮੱਖਣ ਹੱਥ ਨਾ ਆਈ। ਹੁਣ ਜਿੰਨਾ ਮਰਜ਼ੀ ਰਿੜਕੀ ਜਾਓ, ਕਹਿੰਦੇ ਹੁਣ ਜੋਗਾਨੰਦ ਦਾ ਮੱਖਣ ਹੱਥ ਵਿੱਚ ਨਹੀਂ ਆਵੇਗਾ, ਅਥਵਾ ਜਿਹੜਾ ਗਿਆਨ ਦਾ ਮੱਖਣ ਹੈ ਨਾ, ਉਹ ਹੱਥ ਵਿੱਚ ਨਹੀਂ ਆਉਣਾ। ਇਹ ਜੋਗੀਆਂ ਨੇ ਸਵਾਲ ਕੀਤਾ। ਭੇਖ ਉਤਾਰ ਉਦਾਸ ਦਾ ਵੱਤ ਕਿਉਂ ਸੰਸਾਰੀ ਰੀਤ ਚਲਾਈ। ਤੁਸੀਂ ਜਿਹੜਾ ਉਦਾਸੀ ਭੇਖ ਧਾਰਿਆ ਸੀ, ਸਾਧੂ ਲਿਬਾਸ, ਫਕੀਰੀ ਲਿਬਾਸ ਜਿਹੜਾ ਤੁਸੀਂ ਧਾਰਿਆ ਸੀ, ਮਹਾਰਾਜ ਨੂੰ ਕਹਿੰਦੇ ਹੋ ਤੁਸੀਂ ਲਾਹ ਕਿਉਂ ਦਿੱਤਾ। ਵੱਤ ਕਿਉਂ ਸੰਸਾਰੀ ਰੀਤ ਚਲਾਈ। ਵੱਤ ਫਿਰ ਮੁੜ ਕੇ
ਇਹ ਸੰਸਾਰੀ ਰੀਤੀ ਮਰਿਆਦਾ ਕਿਉਂ ਚਲਾਈ ਹੈ? ਜੋਗੀਆਂ ਦੇ ਕਹਿਣ ਦਾ ਮਤਲਬ ਸੀ ਵੀ ਪਹਿਲਾਂ ਤੁਸੀਂ ਫਕੀਰਾਂ ਵਾਲਾ ਲਿਬਾਸ ਧਾਰ ਕੇ ਥਾਂ ਥਾਂ 'ਤੇ ਭਰਮਣ ਕਰਦੇ ਰਹੇ। ਸਾਧੂਆਂ ਵਾਲਾ ਤੁਹਾਡਾ ਲਿਬਾਸ ਸੀ, ਜਿੱਥੇ ਜਾਂਦੇ ਸੀ ਉੱਦਾਂ ਦਾ ਲਿਬਾਸ ਧਾਰਦੇ ਸੀ ਤੁਸੀਂ। ਹੁਣ ਤੁਸੀਂ ਕਰਤਾਰਪੁਰ ਆ ਕੇ ਬੈਠ ਗਏ, ਤੁਸੀਂ ਉਹ ਫਕੀਰੀ ਲਿਬਾਸ ਲਾਹ ਦਿੱਤਾ, ਸੰਸਾਰੀ ਕੱਪੜੇ ਪਾ ਲਏ ਨੇ, ਘਰ ਵਿੱਚ ਟੇਕ ਕੇ ਬੈਠ ਗਏ ਹੋ, ਸੰਸਾਰੀਆਂ ਦੇ ਕੱਪੜੇ ਪਾ ਕੇ ਸੰਸਾਰੀਆਂ ਵਾਂਗ ਹੁਣ ਰਹਿੰਦੇ ਹੋ। ਮਹਾਰਾਜ ਨੂੰ ਕਹਿੰਦੇ ਤੁਸੀਂ ਉਹ ਭੇਖ ਲਾਇਆ ਕਿਉਂ ਤੇ ਸੰਸਾਰ ਦੀ ਰੀਤੀ ਮਰਿਆਦਾ ਕਿਉਂ ਚਲਾਈ? ਉਸ ਮਰਿਆਦਾ ਨੂੰ ਤੁਸੀਂ ਕਿਉਂ ਅਪਣਾਇਆ? ਇਹਨਾਂ ਦਾ ਮਤਲਬ ਸੀ ਵੀ ਤੁਸੀਂ ਉਹ ਫਕੀਰੀ ਲਿਬਾਸ ਪਾ ਕੇ ਕਰਤਾਰਪੁਰ ਨਾ ਬੈਠਦੇ ਇੱਕ ਥਾਂ 'ਤੇ, ਤੁਰਦੇ ਫਿਰਦੇ ਹੀ ਰਹਿੰਦੇ ਜਿਵੇਂ ਅਸੀਂ ਤੁਰਦੇ ਫਿਰਦੇ ਰਹਿੰਦੇ ਹਾਂ। ਕਿਉਂਕਿ ਜੋਗੀ ਲੋਕ ਗ੍ਰਸਤੀਆਂ ਨੂੰ ਬਹੁਤ ਮਾੜਾ ਕਹਿੰਦੇ ਸੀ, ਨਿੰਦਿਆ ਕਰਦੇ ਹੁੰਦੇ ਸੀ ਗ੍ਰਸਤੀਆਂ ਦੀ, ਵੀ ਗ੍ਰਸਤੀ ਜਿਹੜੇ ਨੇ ਇਹ ਤਾਂ ਚਿੱਕੜ 'ਚ ਫਸੇ ਹੋਏ ਆ ਜੀ, ਇਹ ਐਸਾ ਚਿੱਕੜ ਹੈ ਜਿਹਦੇ ਵਿੱਚ ਬੰਦਾ ਡਿੱਗ ਜਾਂਦਾ, ਫਸ ਜਾਂਦਾ, ਨਿਕਲ ਨਹੀਂ ਪਾਉਂਦਾ। ਐਦਾਂ ਦੀਆਂ ਗੱਲਾਂ ਜੋਗੀ ਕਰਦੇ ਸੀ ਅਤੇ ਆਪਣੇ ਆਪ ਨੂੰ ਵੱਡੇ ਮਹਾਨ ਕਹਿੰਦੇ ਸੀ। ਅਸੀਂ ਕਹਿੰਦੇ ਜੋਗੀ ਬਣੇ ਹੋਏ ਹਾਂ, ਸਾਰਾ ਕੁਝ ਛੱਡਿਆ ਹੋਇਆ ਹੈ, ਤੁਰਦੇ ਫਿਰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦ ਇਹ ਸਵਾਲ ਕੀਤਾ ਨਾ ਜੋਗੀਆਂ ਨੇ ਕਿ ਤੁਸੀਂ ਦੁੱਧ ਵਿੱਚ ਕਾਂਜੀ ਕਿਉਂ ਪਾਈ ਹੈ, ਮਤਲਬ ਫਕੀਰੀ ਲਿਬਾਸ ਛੱਡ ਕੇ ਫਿਰ ਸੰਸਾਰੀ ਕੱਪੜੇ ਕਿਉਂ ਪਾ ਲਏ, ਘਰੇ ਕਿਉਂ ਟੇਕ ਕੇ ਬੈਠ ਗਏ ਹੋ? ਫਿਰ ਮਹਾਰਾਜ ਜਵਾਬ ਦਿੰਦੇ ਹੈ, ਨਾਨਕ ਆਖੇ ਭੰਗਰ ਨਾਥ ਤੇਰੀ ਮਾਉ ਕੁਚੱਜੀ ਆਹੀ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਬਹੁਤ ਹਲੇਮੀ ਦੇ ਨਾਲ ਕਹਿੰਦੇ, ਮਹਾਰਾਜ ਕਹਿੰਦੇ ਭੰਗਰ ਨਾਥ ਤੇਰੀ ਮਾਂ ਕੁਚੱਜੀ ਹੈ, ਕੋਈ ਚੱਜ ਨਹੀਂ ਉਹਨੂੰ। ਤੇਰੀ ਮਾਂ ਨਾ ਜਿਹੜੀ, ਤੇਰਾ ਗੁਰੂ ਮਤਲਬ ਗੋਰਖਨਾਥ, ਗੋਰਖਨਾਥ ਦੇ ਚੇਲੇ ਸੀ ਇਹ ਸਾਰੇ। ਮਹਾਰਾਜ ਕਹਿੰਦੇ ਤੇਰੀ ਮਾਂ ਹੀ ਕੁਚੱਜੀ ਹੈ। ਕਿਉਂ ਕੁਚੱਜੀ ਹੈ? ਭਾਂਡਾ ਧੋਏ ਨਾ ਜਾਤੇ ਓਨ, ਭਾਏ ਕੁਚੱਜੇ ਫੁੱਲ ਸੜਾਈ। ਹਿਰਦੇ ਦਾ ਭਾਂਡਾ ਕਿਵੇਂ ਧੋਣਾ ਹੈ? ਮਨ ਨੂੰ ਵਾਸ਼ਨਾਵਾਂ ਤੋਂ ਮੁਕਤ ਕਿਵੇਂ ਕਰਨਾ ਹੈ? ਤੈਨੂੰ ਗੋਰਖਨਾਥ ਨੇ ਦੱਸਿਆ ਨਹੀਂ। ਤੈਨੂੰ ਇਹੀ ਦੱਸਿਆ ਕੰਨ ਪੜਵਾਓ, ਮੁੰਦਰਾਂ ਪਾ ਲਓ, ਤਨ 'ਤੇ ਸਵਾਹ ਮਲ ਲਓ, ਖਫਣੀ ਪਾ ਲਓ, ਖੱਪਰ ਫੜ ਲਓ ਹੱਥ ਵਿੱਚ, ਇੱਕ ਹੱਥ 'ਚ ਡੰਡਾ ਫੜ ਲਓ, ਘਰ-ਬਾਰ ਛੱਡ ਕੇ ਬਾਹਰ ਰਹੋ, ਪਿੰਡਾਂ ਜਾ ਕੇ ਮੰਗ ਕੇ ਖਾਓ। ਇਹੀ ਦੱਸਿਆ ਤੈਨੂੰ ਗੋਰਖਨਾਥ ਨੇ। ਤੇਰੀ ਮਾਂ ਨਾ ਜਿਹੜੀ ਗੋਰਖਨਾਥ, ਉਹ ਕੁਚੱਜੀ ਹੈ, ਉਹਨੂੰ ਅਕਲ ਨਹੀਂ ਹੈ। ਵਾਸ਼ਨਾਵਾਂ ਮੇਟ ਕੇ ਕਿਵੇਂ ਭਾਂਡੇ ਨੂੰ ਧੋਣਾ ਹੈ ਇਹ ਦੱਸਿਆ ਨਹੀਂ। ਭਾਏ ਕੁਚੱਜੇ ਫੁੱਲ ਸੜਾਈ, ਤੇ ਕੁਚੱਜੇ ਭਾਉ ਕਰਕੇ, ਅਕਲ ਤੋਂ ਬਿਨਾਂ ਹੋਣ ਕਰਕੇ ਜਿਹੜਾ ਅੰਤःਕਰਨ ਦਾ ਫੁੱਲ ਹੈ ਨਾ, ਹਿਰਦਾ ਜਿਹੜਾ ਫੁੱਲ ਵਾਂਗ ਖਿੜਿਆ ਹੁੰਦਾ, ਉਹ ਤੁਸੀਂ ਵਾਸ਼ਨਾਵਾਂ ਦੀ ਅਗਨੀ ਦੇ ਨਾਲ ਅੰਦਰੋਂ ਸੜੇ ਹੋਏ ਹੋ। ਅੰਤःਕਰਨ ਨੂੰ ਤੁਸੀਂ ਸਾੜਿਆ ਹੋਇਆ ਹੈ, ਸੜੇ ਬੈਠੇ ਹੋ ਤੁਸੀਂ ਅੰਦਰ। ਤੁਹਾਡੇ ਅੰਦਰ ਈਰਖਾ ਦੀ ਅੱਗ ਲਟ ਲਟ ਕਰਕੇ ਬਲਦੀ ਹੈ। ਮੈਂ ਸਭ ਕੁਝ ਹੁਣੇ ਵੇਖ ਲਿਆ ਜੋ ਤੁਸੀਂ ਕਰ ਰਹੇ ਹੋ। ਅਥਵਾ ਦੂਜਾ ਅਰਥ ਵਿਦਵਾਨ ਸੱਜਣ ਇਸ ਤਰ੍ਹਾਂ ਵੀ ਕਰਦੇ ਹੈ, ਨਾਨਕ ਆਖੇ ਭੰਗਰ ਨਾਥ ਤੇਰੀ ਮਾਉ ਕੁਚੱਜੀ ਆਹੀ। ਮਹਾਰਾਜ ਕਹਿੰਦੇ ਭੰਗਰ ਨਾਥ ਤੇਰੀ ਮਾਂ ਨਾ, ਜਿਹੜੀ ਮਾਂ ਤੋਂ ਭਾਵ ਮਤ, ਬੁੱਧੀ, ਤੇਰੀ ਬੁੱਧੀ ਹੀ ਕੁਚੱਜੀ ਹੈ, ਕੋਈ ਚੱਜ ਨਹੀਂ ਉਸਨੂੰ, ਕੋਈ ਅਕਲ ਨਹੀਂ। ਭਾਂਡਾ ਧੋਏ ਨਾ ਜਾਤਿਓਨ, ਭਾਏ ਕੁਚੱਜੇ ਫੁੱਲ ਸੜਾਈ। ਹਿਰਦੇ ਦੇ ਭਾਂਡੇ ਨੂੰ ਧੋਣਾ ਹੀ ਨਹੀਂ ਜਾਣਿਆ, ਤੇ ਭੇਖ ਰੂਪੀ ਕੁਚੱਜੇ ਭਾਉ ਦੇ ਨਾਲ ਜਿਹੜਾ ਸਾਰਾ ਦੁੱਧ ਹੈ ਨਾ ਉਹ ਸਾੜ ਬੈਠੀ ਹੈ। ਇਹ ਜਿਹੜਾ ਭੇਖ ਤੁਸੀਂ ਧਾਰਿਆ, ਇਹਦੇ ਤੋਂ ਲਾਭ ਤਾਂ ਕੁਝ ਲਿਆ ਨਹੀਂ, ਸਿਰਫ ਬਾਹਰੀ ਵਿਖਾਉਂਦੇ ਹੀ ਹੋ। ਤਨ 'ਤੇ ਸੁਆਹ ਮਲੀ, ਇਹਦਾ ਭਾਵ ਸੀ ਵੀ ਇਹ ਸਰੀਰ ਨਾਸ਼ਵੰਤ ਹੈ, ਉਸ ਗੱਲ ਨੂੰ ਤਾਂ ਸਮਝਿਆ ਨਹੀਂ, ਇਸੇ ਨੂੰ ਧਰਮ ਬਣਾ ਲਿਆ ਤੁਸਾਂ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਪਤਾ ਹੀ ਨਹੀਂ ਤੁਹਾਨੂੰ ਵੀ ਕਿਸ ਤਰੀਕੇ ਦੇ ਨਾਲ ਪਰਮਾਤਮਾ ਦੀ ਬੰਦਗੀ ਕਰਦਿਆਂ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਹੋਣਾ ਹੈ। ਕੋਈ ਅਕਲ ਨਹੀਂ,
ਕੁਚੱਜੇ ਭਾਅ ਦੇ ਨਾਲ ਤੁਸੀਂ ਤਾਂ ਜਿਹੜਾ ਭੇਖ ਰੂਪੀ ਦੁੱਧ ਹੈ ਇਹ ਸਾੜ ਬੈਠੇ ਹੋ। ਹੋਏ ਅਤੀਤ ਗ੍ਰਹਿਸਤ ਤਜ, ਫਿਰ ਉਨਹੁ ਕੇ ਘਰ ਮੰਗਣ ਜਾਈ। ਮਹਾਰਾਜ ਕਹਿੰਦੇ ਤੁਸੀਂ ਜੋਗੀ ਲੋਕ ਗ੍ਰਹਿਸਤ ਧਰਮ ਛੱਡ ਕੇ ਬਿਰਕਤ ਬਣ ਗਏ, ਬਿਰਕਤੀ ਸਾਧੂ ਬਣ ਗਏ। ਗ੍ਰਹਿਸਤ ਛੱਡ ਕੇ ਤੁਸੀਂ ਘਰ-ਬਾਰ ਛੱਡ ਕੇ ਬਾਹਰ ਚਲੇ ਗਏ, ਪਿੰਡਾਂ ਤੋਂ ਦੂਰ ਚਲੇ ਗਏ, ਪਰ ਫੇਰ ਤੁਸੀਂ ਖੱਪਰ ਫੜ ਕੇ ਉਹਨਾਂ ਗ੍ਰਸਤੀਆਂ ਦੇ ਘਰ ਦੇ ਵਿੱਚ ਮੰਗਣ ਜਾਂਦੇ ਹੋ, ਜਿਨ੍ਹਾਂ ਗ੍ਰਸਤੀਆਂ ਦੀ ਤੁਸੀਂ ਦਿਨੇ ਰਾਤ ਨਿੰਦਾ ਕਰਦੇ ਹੋ। ਜੀ ਇਹ ਚਿੱਕੜ 'ਚ ਫਸੇ ਨੇ, ਇਹਨਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ। ਮਹਾਰਾਜ ਕਹਿੰਦੇ ਫਿਰ ਉਨਹੁ ਕੇ ਘਰ ਮੰਗਣ ਜਾਈ, ਉਹਨਾਂ ਦੇ ਘਰ ਹੀ ਮੰਗਣ ਜਾਂਦੇ ਹੋ ਜਿਨ੍ਹਾਂ ਦੀ ਨਿੰਦਿਆ ਕਰਦੇ ਹੋ। ਇਹ ਦੋ ਗੱਲਾਂ ਕਿਉਂ? ਇੱਕ ਪਾਸੇ ਉਹਨਾਂ ਦੀ ਨਿੰਦਿਆ, ਦੂਜੇ ਪਾਸੇ ਉਹਨਾਂ ਦੇ ਜਾ ਕੇ ਅੱਗੇ ਤੁਸੀਂ ਠੂਠਾ ਕਰ ਦਿੰਦੇ ਹੋ ਵੀ ਇਹਦੇ ਵਿੱਚ ਭਿੱਖਿਆ ਪਾਓ, ਅਸੀਂ ਕੁਝ ਖਾਣਾ ਹੈ। ਕੀ ਤੁਹਾਡੇ ਹੱਥ ਪੈਰ ਕੰਮ ਨਹੀਂ ਕਰਦੇ? ਦਿਨੇ ਰਾਤ ਉਹ ਗ੍ਰਸਤੀ ਮਿਹਨਤ ਕਰਦੇ ਨੇ, ਕੋਈ ਦੁਕਾਨ 'ਤੇ ਬੈਠਾ ਹੈ, ਕੋਈ ਵਪਾਰ ਕਰਦਾ ਹੈ, ਕੋਈ ਖੇਤਾਂ ਦੇ ਵਿੱਚ ਕੰਮ ਕਰਦਾ ਹੈ, ਅੰਨ ਪੈਦਾ ਕਰਦਾ ਹੈ, ਆਪ ਖਾਂਦਾ ਹੈ, ਹੋਰਾਂ ਨੂੰ ਦਿੰਦਾ ਹੈ। ਕਈ ਲੋਕ ਅੰਨ ਖਾਂਦੇ ਨੇ ਉਹਦਾ ਪੈਦਾ ਕੀਤਾ ਹੋਇਆ, ਤੁਸੀਂ ਉਹਨਾਂ ਦੀ ਨਿੰਦਿਆ ਕਰਦੇ ਹੋ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਗ੍ਰਸਤ ਦੀ ਨਿੰਦਿਆ ਨਹੀਂ, ਉਹ ਚੰਗੇ ਨੇ, ਤੁਹਾਡੇ ਤੋਂ 100 ਗੁਣਾ ਚੰਗੇ ਨੇ, ਆਪਣਾ ਪੇਟ ਪਾਲਦੇ ਨੇ, ਪਰਿਵਾਰ ਦਾ ਤੇ ਹੋਰਾਂ ਦਾ ਵੀ। ਜਦ ਅਸੀਂ ਗੁਰਮਤਿ ਦਾ ਸਿਧਾਂਤ ਪੜ੍ਹਦੇ ਹਾਂ ਨਾ, ਇਸ ਭੇਖੈ ਥਾਵਹੁ ਗਿਰਹੁ ਭਲਾ, ਜਿੱਥਹੁ ਕੋ ਵਰਸਾਏ। ਸੱਚੇ ਪਾਤਸ਼ਾਹ ਬਾਣੀ ਵਿੱਚ ਫਰਮਾਉਂਦੇ ਆ ਵੀ ਇਹ ਇਸ ਭੇਖ ਦੇ ਨਾਲੋਂ ਗਿਰਹੁ ਭਲਾ, ਗ੍ਰਸਤੀ ਭਲਾ ਹੈ। ਜਿੱਥੋਂ ਅਨੇਕਾਂ ਵਰੋਸਾਏ ਜਾਂਦੇ ਨੇ, ਜਿੱਥੇ ਗ੍ਰਸਤੀ ਆਪ ਖਾਂਦਾ ਹੋਰਾਂ ਨੂੰ ਵੀ ਖਵਾਉਂਦਾ ਹੈ। ਤੇ ਗੁਰਮਤਿ ਦਾ ਤਾਂ ਸਿਧਾਂਤ ਹੀ ਇਹ ਹੈ, ਵੰਡ ਕੇ ਖਾਣਾ। ਸੱਚੇ ਪਾਤਸ਼ਾਹ ਨੇ ਸਮਝਾਇਆ ਇਹਨਾਂ ਨੂੰ, ਦਿੱਤਾ ਲਈਏ ਆਪਣਾ, ਅਣ ਦਿੱਤਾ ਕਿਛ ਹੱਥ ਨਾ ਆਵੇ। ਆਪਣਾ ਦਿੱਤਾ ਹੋਇਆ ਇਹ ਬੰਦਾ ਲੈਂਦਾ ਹੈ। ਜੇ ਕਿਸੇ ਨੂੰ ਕੋਈ ਵਸਤੂ ਦਿੱਤੀ ਹੈ, ਕੱਲ੍ਹ ਨੂੰ ਉਹ ਵੀ ਸਾਨੂੰ ਦੇਵੇਗਾ, ਉਹ ਮੋੜੇਗਾ। ਤੇ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗ੍ਰਸਤੀਆਂ ਦੀ ਨਿੰਦਿਆ ਨਹੀਂ, ਗ੍ਰਸਤ ਧਰਮ ਤਾਂ ਮਹਾਨ ਹੈ, ਗ੍ਰਸਤੀ ਵੱਡਾ ਹੈ। ਸੱਚੇ ਪਾਤਸ਼ਾਹ ਜੀ ਨੇ ਜੋ ਸਿਧਾਂਤ ਸਾਨੂੰ ਦਿੱਤਾ ਹੈ ਨਾ, ਅਸੀਂ ਜਦ ਭਾਈ ਗੁਰਦਾਸ ਜੀ ਦੇ ਕਵਿੱਤ ਪੜ੍ਹਦੇ ਹਾਂ, ਉੱਥੇ ਗ੍ਰਸਤ ਦੀ ਮਹਾਨਤਾ ਨੂੰ ਸਮਝਾਉਂਦੇ ਹਾਂ। ਭਾਈ ਗੁਰਦਾਸ ਜੀ ਨੇ ਇੱਕ ਕਵਿੱਤ ਬੜਾ ਪਿਆਰਾ ਉਚਾਰਿਆ ਹੈ, ਦ੍ਰਿਸ਼ਟਾਂਤ ਦੇ ਦੇ ਕੇ ਸਮਝਾਉਂਦੇ ਨੇ। ਜੈਸੇ ਸਰ ਸਰਤਾ ਸਕਲ ਮੈਂ ਸਮੁੰਦਰ ਵੱਡੋ, ਮੇਰ ਮੈਂ ਸੁਮੇਰ ਵੱਡੋ ਜਗਤ ਬਖਾਨ ਹੈ। ਤਰਵਰ ਬਿਖੈ ਜੈਸੇ ਚੰਦਨ ਬਿਰਖ ਵੱਡੋ, ਧਾਤ ਮੈਂ ਕਨਕ ਅਤ ਉੱਤਮ ਕੈ ਮਾਨ ਹੈ। ਪੰਛੀਅਨ ਮੈਂ ਹੰਸ ਮ੍ਰਿਗ, ਰਾਜਨ ਮੈਂ ਸਾਰਦੂਲ, ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ, ਗੁਰ ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਨਦੀਆਂ, ਨਾਲੇ, ਤਲਾਬ, ਇਹਨਾਂ ਸਾਰਿਆਂ ਦੇ ਵਿੱਚੋਂ ਸਮੁੰਦਰ ਵੱਡਾ ਹੈ, ਬੜਾ ਵੱਡਾ ਵਿਸ਼ਾਲ ਹੈ। ਕਿੰਨੀਆਂ ਨਦੀਆਂ ਸਮੁੰਦਰ ਵਿੱਚ ਪੈਂਦੀਆਂ ਨੇ, ਕਿੰਨਾ ਪਾਣੀ ਹੈ ਉਹਦੇ ਵਿੱਚ, ਕੋਈ ਗਿਣਤੀ ਨਹੀਂ। ਜੈਸੇ ਸਰਸਰਤਾ ਸਕਲ ਮੈਂ ਸਮੁੰਦਰ ਵੱਡੋ, ਨਦੀਆਂ ਨਾਲਿਆਂ ਦੇ ਵਿੱਚ ਸਭ ਤੋਂ ਵੱਡਾ ਕਿਹੜਾ ਹੈ? ਸਮੁੰਦਰ। ਮੇਰ ਮੈਂ ਸੁਮੇਰ ਵੱਡੋ ਜਗਤ ਬਖਾਨ ਹੈ। ਬਹੁਤ ਪਹਾੜ ਹਨ, ਪਰ ਸਾਰੇ ਪਹਾੜਾਂ ਦੇ ਵਿੱਚੋਂ ਸੁਮੇਰ ਪਰਬਤ ਸਭ ਤੋਂ ਵੱਡਾ, ਉਹਦੀ ਅਹਿਮੀਅਤ ਵੱਖਰੀ ਹੈ। ਇਸੇ ਤਰ੍ਹਾਂ ਤਰਵਰ ਵਿਖੇ ਜੈਸੇ ਚੰਦਨ ਬਿਰਖ ਵੱਡੋ, ਕਹਿੰਦੇ ਰੁੱਖ ਬਹੁਤ ਨੇ ਦੁਨੀਆ 'ਤੇ, ਪਰ ਸਾਰੇ ਰੁੱਖਾਂ ਦੇ ਵਿੱਚੋਂ ਚੰਦਨ ਦੀ ਮਹਾਨਤਾ ਹੈ। ਉਹਦੇ ਵਿੱਚੋਂ ਸੁਗੰਧੀ ਆਉਂਦੀ ਹੈ, ਉਹਦੇ ਨੇੜੇ ਰਹਿਣ ਵਾਲੇ ਖਾਸ ਰੂਪ ਦੇ ਵਿੱਚ ਉਹਨਾਂ ਨੂੰ ਵੀ ਸੁਗੰਧਿਤ ਕਰ ਦਿੰਦਾ ਹੈ। ਉਹਦੀ ਸੁਗੰਧੀ ਬੜੀ ਪਿਆਰੀ ਹੁੰਦੀ ਹੈ।
ਠੰਡਾ ਹੁੰਦਾ ਹੈ। ਚੰਦਨ ਦੇ ਵਿੱਚ ਗੁਣ ਹੈ। ਸੱਪ ਜ਼ਹਿਰੀਲੇ ਉਹਦੇ ਨਾਲ ਚੰਬੜੇ ਰਹਿੰਦੇ ਨੇ ਤਾਂ ਵੀ ਉਹ ਠੰਡਕ ਨੂੰ, ਸ਼ੀਤਲਤਾ ਨੂੰ ਛੱਡਦਾ ਨਹੀਂ ਹੈ। ਪੁਰਾਣੇ ਸਮੇਂ ਵਿੱਚ ਹੁਣ ਵੀ ਚੰਦਨ ਨੂੰ ਪੀਸ ਕੇ ਉਹਦਾ ਲੇਪ ਮੱਥੇ 'ਤੇ ਲਾਇਆ ਜਾਂਦਾ ਸੀ, ਉਹ ਠੰਡਾ ਰਹਿੰਦਾ ਸੀ। ਕਈ ਰੋਗਾਂ ਨੂੰ ਦੂਰ ਕਰਨ ਦੀ ਉਹ ਸਮਰੱਥਾ ਰੱਖਦਾ ਹੈ। ਤੋ ਚੰਦਨ ਦੀ ਮਹਾਨਤਾ ਹੈ। ਸਾਰੇ ਰੁੱਖਾਂ ਦੇ ਵਿੱਚੋਂ ਚੰਦਨ ਮਹਾਨ ਹੈ। ਤਰਵਰ ਵਿਖੈ ਜੈਸੇ ਚੰਦਨ ਬਿਰਖ ਵੱਡੋ, ਧਾਤ ਮੈਂ ਕਨਕ ਅਤ ਉੱਤਮ ਕੈ ਮਾਨ ਹੈ। ਧਾਤਾਂ ਦੇ ਵਿੱਚੋਂ ਕਨਕ ਜਿਹੜਾ ਸੋਨਾ ਉਹਨੂੰ ਉੱਤਮ ਹੈ, ਮਹਿੰਗਾ ਵੀ ਹੈ। ਭਾਵੇਂ ਕਿ ਹੋਰ ਵੀ ਸੋਨੇ ਤੋਂ ਮਹਿੰਗੀਆਂ ਧਾਤਾਂ ਹੋਣ, ਪਰ ਸੋਨੇ ਦੇ ਨਾਲ ਬੰਦੇ ਦਾ ਬਹੁਤਾ ਲਗਾਓ ਹੈ। ਬਹੁਤੇ ਗਹਿਣੇ ਬੰਦਾ ਸੋਨੇ ਦੇ ਬਣਾਉਂਦਾ ਹੈ, ਪਰ ਗੁਰਮਤਿ ਦਾ ਸਿਧਾਂਤ ਵੱਖਰਾ। ਉਹ ਦ੍ਰਿਸ਼ਟਾਂਤ ਦੇ ਰਹੇ ਹੈ ਭਾਈ ਗੁਰਦਾਸ ਜੀ, ਕਹਿੰਦੇ ਵੇਖੋ ਧਾਤਾਂ ਦੇ ਵਿੱਚੋਂ ਸੋਨਾ ਉੱਤਮ ਮੰਨਿਆ ਗਿਆ ਹੈ। ਤੇ ਅੱਗੇ ਭਾਈ ਸਾਹਿਬ ਦਾ ਬਚਨ ਹੈ, ਕਹਿੰਦੇ ਜਿੰਨੇ ਵੀ ਪਸ਼ੂ ਨੇ, ਪੰਛੀ ਨੇ, ਪੰਛੀਆਂ ਮੈਂ ਹੰਸ, ਮ੍ਰਿਗ ਰਾਜਨ ਮੈਂ ਸਾਰਦੂਲ। ਪੰਛੀਆਂ ਦੇ ਵਿੱਚੋਂ ਹੰਸ ਸਭ ਤੋਂ ਉੱਤਮ ਗਿਣਿਆ ਗਿਆ ਹੈ। ਪੰਛੀ ਤਾਂ ਬਹੁਤ ਨੇ, ਘੁੱਗੀਆਂ, ਗਟਾਰਾਂ, ਤੋਤੇ ਨੇ, ਚਿੜੀਆਂ ਨੇ, ਕਈ ਕਈ ਤਰ੍ਹਾਂ ਦੇ, ਪਰ ਜਿਹੜਾ ਹੰਸ ਹੈ ਉਹਨੂੰ ਉੱਤਮ ਗਿਣਿਆ ਹੈ। ਉਹ ਹੀਰੇ ਮੋਤੀ ਚੁਗਦਾ ਹੈ। ਉਹਦੇ ਵਿੱਚ ਗੁਣ ਹੈ, ਦੁੱਧ ਤੇ ਪਾਣੀ ਨੂੰ ਵੱਖਰਿਆਂ ਕਰ ਦਿੰਦਾ ਹੈ। ਪੰਛੀਆਂ ਦੇ ਵਿੱਚੋਂ ਕਹਿੰਦੇ ਹੰਸ ਮਹਾਨ ਹੈ। ਮ੍ਰਿਗ ਰਾਜਨ ਮੈਂ ਸਾਰਦੂਲ। ਸ਼ੇਰਾਂ ਦੀਆਂ ਕਿਸਮਾਂ ਬਹੁਤ ਨੇ, ਪਰ ਜਿਹੜਾ ਸਾਰਦੂਲ ਸ਼ੇਰ ਹੁੰਦਾ ਨਾ, ਬੱਬਰ ਸ਼ੇਰ ਵੀ ਕਈ ਇਹਨੂੰ ਕਹਿ ਦਿੰਦੇ ਆ, ਸਾਰਦੂਲ ਸ਼ੇਰ ਜਿਹੜਾ ਹੈ ਉਹ ਸਭ ਤੋਂ ਤਾਕਤ ਵਾਲਾ ਤੇ ਵੱਡਾ ਬਲਵਾਨ ਗਿਣਿਆ ਗਿਆ ਹੈ, ਵੱਡੇ ਹੌਸਲੇ ਵਾਲਾ ਹੈ। ਜਦ ਤੁਸੀਂ ਮਹਾਨ ਕੋਸ਼ ਪੜ੍ਹਿਓ ਕਿਤੇ, ਭਾਈ ਕਾਹਨ ਸਿੰਘ ਨਾਭਾ ਜੀ ਦਾ ਲਿਖਿਆ, ਸ਼ੁਰੂ ਦੇ ਵਿੱਚ ਜਿਹੜੇ ਪੱਤਰੇ ਨੇ ਨਾ, ਉੱਥੇ ਸ਼ੇਰਾਂ ਦੀਆਂ ਤਸਵੀਰਾਂ ਨਾਲ ਉਹਨਾਂ ਦੇ ਨਾਂ ਲਿਖੇ ਨੇ। ਸਾਰਦੂਲ ਸ਼ੇਰ, ਉਹਦੀ ਵੀ ਤਸਵੀਰ ਥੱਲੇ ਲਿਖਿਆ, ਇਹ ਸਾਰਦੂਲ ਸ਼ੇਰ ਹੈ। ਸ਼ੇਰ ਬਹੁਤ ਤਰ੍ਹਾਂ ਦੇ ਹੁੰਦੇ ਹੈ, ਪਰ ਜਿਹੜਾ ਸਾਰਦੂਲ ਹੈ ਉਹ ਬਲ ਵਾਲਾ, ਤਾਕਤ ਵਾਲਾ, ਉਹ ਸ਼ੇਰਾਂ ਦੇ ਵਿੱਚੋਂ ਸਭ ਤੋਂ ਵੱਡਾ ਮਹਾਨ ਗਿਣਿਆ ਗਿਆ ਹੈ। ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ। ਰਾਗ ਬਹੁਤ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 31 ਰਾਗਾਂ ਵਿੱਚ ਹੈ। ਕੁਝ ਮਿਸ਼ਰਤ ਰਾਗ ਵੀ ਹਨ, ਵਿੱਚ ਗਿਣਤੀ 31 ਕੀਤੀ ਜਾਂਦੀ ਹੈ। ਰਾਗਾਂ ਦੇ ਵਿੱਚੋਂ ਸਭ ਤੋਂ ਸ਼੍ਰੀ ਰਾਗ ਦੀ ਪ੍ਰਧਾਨਤਾ ਹੈ। ਰਾਗਨ ਮੈਂ ਸ੍ਰੀ ਰਾਗ। ਇਹੀ ਕਾਰਨ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਸੀਂ ਪੜ੍ਹਦੇ ਹਾਂ, ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਪਹਿਲਾਂ ਜਪਜੀ ਸਾਹਿਬ, ਫਿਰ ਰਹਿਰਾਸ ਸਾਹਿਬ ਦੇ 9 ਸ਼ਬਦ, ਸੋਹਿਲਾ ਸਾਹਿਬ ਦੀ ਬਾਣੀ, ਫਿਰ ਅੱਗੇ ਰਾਗ ਸ਼ੁਰੂ ਹੁੰਦੇ ਨੇ। ਸਭ ਤੋਂ ਪਹਿਲਾ ਰਾਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਰਾਗ। ਸ੍ਰੀ ਰਾਗ ਦੀ ਉੱਤਮਤਾ, ਪ੍ਰਧਾਨਤਾ ਹੈ, ਤਾਂ ਸਭ ਤੋਂ ਪਹਿਲਾ ਰਾਗ ਮਹਾਰਾਜ ਨੇ ਸ੍ਰੀ ਰਾਗ ਲਿਖਿਆ। ਨਹੀਂ ਤੇ ਕਿਤੇ ਵਿੱਚ ਅੱਗੇ ਜਾ ਕੇ ਵੀ ਲਿਖ ਸਕਦੇ ਸੀ, ਅਖੀਰ ਤੇ ਵੀ ਲਿਖ ਸਕਦੇ ਸੀ। ਸੱਚੇ ਪਾਤਸ਼ਾਹ ਨੇ ਤਾਂ ਰਾਗਾਂ ਦੇ ਵਿੱਚ ਵੀ ਬੜੀ ਸਿੱਖਿਆ ਦਿੱਤੀ ਹੈ। ਭਾਈ ਗੁਰਦਾਸ ਸਾਹਿਬ ਜੀ ਤੋਂ ਜਿਹੜਾ ਸਵਰੂਪ ਮਹਾਰਾਜ ਨੇ ਲਿਖਵਾਇਆ, ਪਹਿਲਾ ਰਾਗ ਉਹਦਾ ਸ੍ਰੀ ਰਾਗ ਹੈ ਤੇ ਉਹਦਾ ਅਖੀਰਲਾ ਰਾਗ ਪ੍ਰਭਾਤੀ ਰਾਗ ਹੈ। ਪੰਚਮ ਪਾਤਸ਼ਾਹ ਨੇ ਜਿਹੜਾ ਸਰੂਪ ਲਿਖਾਇਆ ਸੀ, ਉਹਦੇ ਵਿੱਚ 30 ਰਾਗ ਹਨ। 31ਵਾਂ ਜਿਹੜਾ ਜੈਜਾਵੰਤੀ ਰਾਗ ਹੈ, ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਭਾਈ ਮਨੀ ਸਿੰਘ ਨੂੰ ਲਿਖਾਰੀ ਲਾ ਕੇ 31ਵਾਂ ਰਾਗ ਵੀ ਨਾਲ ਲਿਖਵਾਇਆ ਸੀ, ਜਦੋਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਵਾਈ। ਸ੍ਰੀ ਰਾਗ ਨੂੰ ਗਾਉਣ ਦਾ ਵੇਲਾ ਹੈ ਜਦੋਂ ਸੂਰਜ ਅਸਤ ਹੋ ਜਾਂਦਾ ਹੈ, ਰਾਤਰੀ ਸ਼ੁਰੂ ਹੁੰਦੀ ਹੈ। ਥੋੜ੍ਹਾ ਬਹੁਤ ਰਾਗਾਂ ਦੇ ਜਿਹੜੇ ਮਾਹਰ ਨੇ, ਜੋ ਉਹਨਾਂ ਨੇ ਲਿਖਿਆ ਹੈ, ਉਹ ਵੇਲੇ ਦਾ ਕਿਤੇ ਕਿਤੇ ਕਈਆਂ ਰਾਗਾਂ ਨੂੰ ਜਾਣਨ ਵਾਲਿਆਂ ਦੇ ਲਿਖੇ ਵਿੱਚ ਵੀ ਫਰਕ ਹੈ, ਪਰ ਉਸ ਭੇਦ 'ਚ ਨਹੀਂ ਪੈਣਾ ਚਾਹੁੰਦਾ ਮੈਂ। ਸ੍ਰੀ ਰਾਗ ਨੂੰ ਗਾਉਣ ਦਾ ਵੇਲਾ ਹੈ ਜਦੋਂ ਰਾਤ ਸ਼ੁਰੂ ਹੁੰਦੀ ਹੈ, ਤੇ ਪ੍ਰਭਾਤੀ ਰਾਗ ਅਖੀਰ ਤੇ ਮਹਾਰਾਜ ਨੇ ਲਿਖਵਾਇਆ ਸੀ ਕਿ ਗੁਰੂ ਕੇ ਸਿੱਖਾ ਤੂੰ ਬਾਣੀ ਪੜ੍ਹ, ਬਾਣੀ ਦੀ
ਰੌਸ਼ਨੀ ਦੇ ਵਿੱਚ ਚੱਲ। ਜਿਵੇਂ ਜਿਵੇਂ ਬਾਣੀ ਪੜ੍ਹੀ ਜਾਵੇਗਾ ਪ੍ਰਭਾਤੀ ਰਾਗ ਆਵੇਗਾ, ਤੇਰੇ ਜੀਵਨ ਵਿੱਚ ਪ੍ਰਭਾਤ ਹੋਵੇਗੀ, ਸੂਰਜ ਉਦੈ ਹੋਵੇਗਾ, ਗਿਆਨ ਦਾ ਸੂਰਜ ਤੇਰੇ ਅੰਦਰ ਪ੍ਰਗਟ ਹੋ ਜਾਣਾ ਹੈ। ਇਹ ਸਿੱਖਿਆ ਮਹਾਰਾਜ ਨੇ ਰਾਗਾਂ ਦੀ ਤਰਤੀਬ ਵਿੱਚ ਵੀ ਦਿੱਤੀ। ਸ੍ਰੀ ਰਾਗ ਮਹਾਨ ਹੈ, ਇਸ ਲਈ ਸਭ ਤੋਂ ਪਹਿਲਾਂ ਲਿਖਿਆ। ਭਾਈ ਗੁਰਦਾਸ ਜੀ ਕਹਿੰਦੇ ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ। ਰਾਗਾਂ ਦੇ ਵਿੱਚ ਸ੍ਰੀ ਰਾਗ ਮਹਾਨ ਹੈ ਤੇ ਪਾਰਸ ਪਖਾਨ ਹੈ। ਪੱਥਰਾਂ ਦੇ ਵਿੱਚੋਂ ਜਿਹੜਾ ਪਾਰਸ ਪੱਥਰ ਹੈ ਨਾ, ਪਾਰਸ ਦੀ ਵੱਟੀ, ਉਹਦੀ ਬੜੀ ਵੱਡੀ ਮਹਾਨਤਾ ਹੈ। ਪਾਰਸ ਦੀ ਵੱਟੀ ਲੋਹੇ ਨੂੰ ਸੁਹਾਓ ਉਹ ਸੋਨਾ ਬਣ ਜਾਂਦੀ ਹੈ, ਚਾਂਦੀ ਨੂੰ ਸੁਹਾ ਦਿਓ ਸੋਨਾ ਬਣ ਜਾਂਦੀ ਹੈ। ਇਸ ਤਰ੍ਹਾਂ ਉਹ ਕਈ ਧਾਤਾਂ ਨੂੰ ਸੋਨਾ ਬਣਾ ਦਿੰਦਾ ਹੈ, ਤਾਂ ਪਾਰਸ ਨੂੰ ਮਹਾਨ ਕਿਹਾ ਹੈ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ। ਦੁਨੀਆ ਦੀਆਂ ਬਹੁਤ ਕਿਤਾਬਾਂ ਅੱਜ ਸਾਡੇ ਸਾਹਮਣੇ ਨੇ, ਬੜੇ ਗ੍ਰੰਥ ਨੇ, ਬਹੁਤ ਸ਼ਾਸਤਰ ਨੇ। ਭਾਈ ਗੁਰਦਾਸ ਜੀ ਕਹਿੰਦੇ ਵੈਦਿਕ ਦੇ ਗ੍ਰੰਥ ਨੇ, ਹੋਰ ਕਈ ਗ੍ਰੰਥ ਨੇ, ਇਹਨਾਂ ਵਿੱਚ ਗਿਆਨ ਦੀਆਂ ਗੱਲਾਂ ਨੇ। ਪਰ ਦੁਨੀਆ ਦਾ ਜਿੰਨਾ ਗਿਆਨ ਹੈ ਇਹ ਸਾਰੇ ਵਿੱਚੋਂ ਗੁਰੂ ਦਾ ਗਿਆਨ ਸਭ ਤੋਂ ਵੱਡਾ ਹੈ। ਸਤਿਗੁਰੂ ਨੇ ਜਿਹੜਾ ਗਿਆਨ ਬਖਸ਼ਿਆ ਨਾ, ਸ਼ਬਦ ਰਾਹੀਂ ਸਾਨੂੰ ਸਿੱਖਿਆ ਦਿੱਤੀ, ਇਹਦੇ ਵਰਗਾ ਗਿਆਨ ਹੋਰ ਦੁਨੀਆ 'ਚ ਕਿਤੇ ਮਿਲਣਾ ਹੀ ਨਹੀਂ ਹੈ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ। ਗੁਰੂ ਦਾ ਗਿਆਨ ਵੱਡਾ ਹੈ ਸਭ ਤੋਂ, ਤੇ ਆਪਣੇ ਗੁਰੂ ਇਸ਼ਟ ਦੇਵ ਦਾ ਧਿਆਨ ਸਭ ਤੋਂ ਚੰਗਾ ਹੈ। ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਭਾਈ ਗੁਰਦਾਸ ਜੀ ਕਹਿੰਦੇ ਸਾਰੇ ਧਰਮਾਂ ਦੇ ਵਿੱਚੋਂ ਜਿਹੜਾ ਗ੍ਰਸਤ ਧਰਮ ਹੈ ਨਾ, ਉਹ ਪ੍ਰਧਾਨ ਹੈ, ਉਹ ਮੁੱਖ ਹੈ। ਕਿੰਨੀਆਂ ਉਦਾਹਰਣਾਂ ਦੇ ਕੇ ਸਮਝਾਇਆ। ਨਾਲੀਆਂ ਨਦੀਆਂ ਵਿੱਚੋਂ ਸਮੁੰਦਰ ਵੱਡਾ ਹੈ, ਪਰਬਤਾਂ ਦੇ ਵਿੱਚੋਂ ਸੁਮੇਰ ਪਰਬਤ ਵੱਡਾ ਹੈ, ਰੁੱਖਾਂ ਦੇ ਵਿੱਚੋਂ ਚੰਦਨ ਮਹਾਨ ਹੈ, ਪੰਛੀਆਂ ਦੇ ਵਿੱਚੋਂ ਹੰਸ ਮਹਾਨ ਹੈ, ਸ਼ੇਰਾਂ ਦੇ ਵਿੱਚੋਂ ਸਾਰਦੂਲ ਸ਼ੇਰ ਮਹਾਨ ਹੈ, ਧਾਤਾਂ ਵਿੱਚੋਂ ਸੋਨਾ ਮਹਾਨ ਹੈ, ਉਹਦੀ ਉਤਮਤਾ ਹੈ। ਔਰ ਇਸੇ ਤਰ੍ਹਾਂ ਪਾਰਸ ਦੇ ਵਿੱਚ ਜਿਹੜਾ ਪੱਥਰ ਹੈ ਉਹਦੇ ਵਿੱਚੋਂ ਪਾਰਸ, ਰਾਗਾਂ 'ਚੋਂ ਸ੍ਰੀ ਰਾਗ, ਗਿਆਨ ਵਿੱਚੋਂ ਗੁਰੂ ਦਾ ਗਿਆਨ, ਧਿਆਨ ਵਿੱਚੋਂ ਗੁਰੂ ਦਾ ਧਿਆਨ, ਇਹ ਵੱਡਾ ਹੈ। ਕਹਿੰਦੇ ਇਸੇ ਤਰ੍ਹਾਂ ਧਰਮਾਂ ਵਿੱਚੋਂ ਗ੍ਰਸਤ ਧਰਮ ਪ੍ਰਧਾਨ ਹੈ। ਐ ਜੋਗੀਓ, ਤੁਸੀਂ ਨਿੰਦਿਆ ਕਰਦੇ ਹੋ ਗ੍ਰਸਤੀਆਂ ਦੀ, ਪਰ ਗ੍ਰਸਤੀ ਚੰਗੇ ਨੇ, ਸਿਆਣੇ ਨੇ। ਉਹ ਕਿਰਤ ਕਰਦਿਆਂ, ਨਾਮ ਜਪਦਿਆਂ ਹੋਇਆਂ ਵੰਡ ਛਕ ਕੇ ਆਪਣਾ ਜੀਵਨ ਬਤੀਤ ਕਰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਜੋਗੀਆਂ ਨੂੰ ਸਮਝਾਇਆ, ਜੋਗੀਓ ਗ੍ਰਸਤ ਦੀ ਪ੍ਰਧਾਨਤਾ ਹੈ ਤੇ ਤੁਸੀਂ ਹੋਏ ਅਤੀਤ ਗ੍ਰਸਤ ਤਜ, ਫਿਰ ਉਨਹੁ ਕੇ ਘਰ ਮੰਗਣ ਜਾਈ। ਤੁਸੀਂ ਅਤੀਤ ਬਿਰਖਤ ਬਣ ਕੇ ਗ੍ਰਸਤ ਨੂੰ ਛੱਡ ਦਿੱਤਾ ਤੇ ਫਿਰ ਉਹਨਾਂ ਗ੍ਰਸਤੀਆਂ ਦੇ ਘਰ ਦੇ ਵਿੱਚ ਮੰਗਣ ਜਾਂਦੇ ਹੋ। ਬਿਨ ਦਿੱਤੇ ਕਛ ਹੱਥ ਨਾ ਆਈ। ਇਹ ਗੱਲ ਚੇਤੇ ਰੱਖ ਲਵੋ ਵੀ ਬਿਨਾਂ ਦਿੱਤੇ ਤੋਂ ਕੁਝ ਵੀ ਬੰਦੇ ਦੇ ਹੱਥ ਵਿੱਚ ਪ੍ਰਾਪਤ ਨਹੀਂ ਹੁੰਦਾ। ਇਹ ਗੱਲ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਵੀ ਜੋ ਅਸੀਂ ਦੇਵਾਂਗੇ ਉਹੀ ਸਾਨੂੰ ਵਾਪਸ ਮਿਲਣਾ ਹੈ। ਇਸ ਲਈ ਮਹਾਰਾਜ ਕਹਿੰਦੇ ਗ੍ਰਸਤੀਆਂ ਦੀ ਨਿੰਦਿਆ ਨਾ ਕਰੋ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਗ੍ਰਸਤ ਧਰਮ ਦੀ ਪ੍ਰਧਾਨਤਾ ਨੂੰ ਸਮਝਾ ਰਹੇ ਨੇ ਵੀ ਗ੍ਰਸਤੀ ਉੱਤਮ ਹੈ, ਮਹਾਨ ਹੈ। ਇਹੀ ਕਾਰਨ ਗੁਰਮਤਿ ਦਾ ਸਿਧਾਂਤ ਇਹ ਨਹੀਂ ਵੀ ਘਰ-ਬਾਰ ਛੱਡੋ, ਜੰਗਲਾਂ ਨੂੰ ਚਲੇ ਜਾਓ। ਕਿਤੇ ਵੀ ਸਤਿਗੁਰੂ ਨੇ ਐਸੀ ਸਿੱਖਿਆ ਨਹੀਂ ਦਿੱਤੀ। ਹਾਂ, ਇੰਨਾ ਜ਼ਰੂਰ ਹੈ, ਤੁਹਾਡੇ ਕੋਲ ਸਮਾਂ ਹੈ, ਤੁਸੀਂ ਇਕਾਂਤ ਵਿੱਚ ਬੈਠ ਕੇ ਨਾਮ ਜਪੋ। ਕਈ ਵਾਰ ਅਸੀਂ ਘਰ ਦੇ ਵਿੱਚ ਵੀ ਇਕਾਂਤ ਵਿੱਚ ਬਹਿ ਕੇ ਵਾਹਿਗੁਰੂ ਦਾ ਨਾਮ ਜਪੀਏ, ਪਰਮਾਤਮਾ ਮਿਹਰ ਕਰਦੇ ਹੈ। ਪਰ ਇਹ ਨਹੀਂ ਕਿਹਾ ਮਹਾਰਾਜ ਨੇ ਵੀ ਘਰ-ਬਾਰ ਛੱਡ ਦਿਓ, ਇਹ ਜੰਜਾਲ ਹੈ। ਧੀਆਂ ਪੁੱਤਰਾਂ ਦੇ ਪ੍ਰਤੀ ਜੋ ਫਰਜ਼ ਨੇ ਉਹਨਾਂ ਨੂੰ ਪੜ੍ਹਾਓ ਲਿਖਾਓ ਨਾ, ਉਹਨਾਂ ਨੂੰ ਪੜ੍ਹਾਉਣਾ ਲਿਖਾਉਣਾ, ਲੀੜਾ ਕੱਪੜਾ ਦੇਣਾ, ਪ੍ਰਬੰਧ ਕਰਨਾ, ਗ੍ਰਸਤੀ ਸਾਰਾ ਕਰਦੇ ਹੈ। ਇਹ ਮਹਾਰਾਜ ਕਹਿੰਦੇ ਤੁਸੀਂ ਤਾਂ ਜ਼ਿੰਮੇਵਾਰੀਆਂ ਤੋਂ ਭੱਜੇ ਹੋਏ ਹੋ। ਤੁਹਾਡੀਆਂ ਇਹ ਜ਼ਿੰਮੇਵਾਰੀਆਂ ਸੀ, ਫਰਜ਼ ਸੀ, ਫਰਜ਼ ਨਿਭਾਉਣ ਤੋਂ ਤੁਸੀਂ ਭੱਜ ਗਏ ਵੀ ਕੌਣ ਗਾਂ ਬੱਚਿਆਂ ਦੀ ਪਰਵਰਿਸ਼ ਕਰੇਗਾ। ਤੇ ਕਈ ਐਸੇ ਸਨ ਜਿਹੜੇ ਵਸਦੇ ਰਸਦੇ ਪਰਿਵਾਰ, ਘਰਵਾਲੀ, ਬੱਚਿਆਂ ਨੂੰ ਛੱਡ ਕੇ ਚਲੇ ਗਏ ਤੇ ਫਿਰ ਵਿਆਹ ਕੱਲ੍ਹ ਹੀ ਕਰਵਾਇਆ ਸੀ।
ਬੱਚੇ ਕੱਲ੍ਹ ਹੀ ਉਹਨਾਂ ਨੂੰ ਕੱਲ੍ਹ ਹੀ ਜਨਮ ਦਿੱਤਾ ਸੀ, ਜੇ ਉਹਨਾਂ ਨੂੰ ਜੰਮ ਕੇ ਛੱਡ ਕੇ ਤੇ ਜੰਗਲਾਂ ਨੂੰ ਤੁਰ ਜਾਣਾ ਹੈ? ਨਹੀਂ। ਗ੍ਰਸਥ ਧਰਮ ਦੀ ਮਰਿਆਦਾ ਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਚੰਗੀ ਤਰ੍ਹਾਂ ਨਿਭਾਉਣਾ, ਅਤੇ ਚੰਗੇ ਫਰਜ਼ ਜਿਹੜੇ ਨੇ ਉਹ ਬੰਦਾ ਨਿਭਾਉਂਦਾ ਹੈ। ਗ੍ਰਸਤੀ ਸਫਲ ਨੇ, ਪਰ ਤੁਸੀਂ ਭੱਜੇ ਹੋਏ ਹੋ। ਉਹਨਾਂ ਗ੍ਰਸਤੀਆਂ ਦੀ ਨਿੰਦਿਆ ਨਾ ਕਰੋ। ਸੱਚੇ ਪਾਤਸ਼ਾਹ ਨੇ ਇਹਨਾਂ ਜੋਗੀਆਂ ਦੇ ਨਾਲ ਅਚਲ ਵਟਾਲੇ ਦੀ ਧਰਤੀ 'ਤੇ ਮਹਾਰਾਜ ਚਰਚਾ ਕਰ ਰਹੇ ਨੇ। ਇਸ ਤੋਂ ਅਗਲੀਆਂ ਪੌੜੀਆਂ ਦੇ ਵਿੱਚ ਵੀ ਸਿੱਧਾਂ ਦੇ ਨਾਲ ਗੱਲਬਾਤ ਹੋਵੇਗੀ, ਚਰਚਾ ਹੋਵੇਗੀ। ਸੱਚੇ ਪਾਤਸ਼ਾਹ ਮਿਹਰਾਮਤ ਕਰਨ। ਵਿਚਾਰਾਂ ਕਰਦੇ ਹਾਂ, ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਸੰਗਤ ਨੇ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਹੋਏ ਅਤੀਤ ਗ੍ਰਸਤ ਤਜ, ਫਿਰ ਉਨਹੁ ਕੇ ਘਰ ਮੰਗਣ ਜਾਈ। ਬਿਨ ਦਿੱਤੇ ਕਛ ਹੱਥ ਨ ਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।